ਲਿਸਨਰਸ, ਜਦੋਂ ਅਸੀਂ ਵੈਬ ਟੈਕਨੋਲੋਜੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਇਹ ਦੇਖਦੇ ਹਾਂ ਕਿ ਅਸੀਂ ਕਿਹੜੇ ਸੌਫਟਵੇਅਰ ਜਾਂ ਕਿਹੜੀਆਂ ਲੈਂਗੁਏਜਸ ਯੂਜ਼ ਕਰਦੇ ਹਾਂ ਵੈਬਸਾਈਟਸ ਨੂੰ ਡਿਵੈਲਪ ਕਰਨ ਲਈ। ਸਾਨੂੰ ਪਤਾ ਵਾ ਕਿ ਹਰੇਕ ਵੈਬਸਾਈਟ ਜਿਹੜੀ ਆ ਉਹ ਵੈਬ ਪੇਜਿਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਇਨਕਲੂਡ ਕਰਦੀ ਆ, ਔਰ ਉਹ ਵੈਬ ਪੇਜਿਸ ਜਿਹੜੇ ਹੁੰਦੇ ਆ ਇੱਕ ਦੂਸਰੇ ਦੇ ਨਾਲ ਕਨੈਕਟਡ ਹੁੰਦੇ ਆ। ਹੁਣ ਅਸੀਂ ਇਹ ਦੇਖਦੇ ਹਾਂ ਕਿ ਇੱਕ ਵੈਬ ਪੇਜ ਨੂੰ ਡਿਵੈਲਪ ਕਰਨ ਲਈ ਅਸੀਂ ਕਿਹੜੀ ਟੈਕਨੀਕ ਯੂਜ਼ ਕਰਾਂਗੇ। ਜਦੋਂ ਅਸੀਂ ਟੈਕਨੀਕ ਦੀ ਗੱਲ ਕਰਦੇ ਹਾਂ ਤਾਂ ਅਸੀਂ ਕਿਸੇ ਵੀ ਟੈਕਨੀਕ ਨੂੰ ਅਸੀਂ ਕੰਪਿਊਟਰ ਲੈਂਗੁਏਜਸ ਜਿਹੜੀ ਵੈਬ ਡਿਵੈਲਪਮੈਂਟ ਵਾਸਤੇ ਯੂਜ਼ ਕੀਤੀ ਜਾਂਦੀ ਆ ਉਹਦੇ ਵਿੱਚ ਅਸੀਂ ਇੰਪਲੀਮੈਂਟ ਕਰ ਸਕਦੇ ਹਾਂ, ਤਾਂ ਹੀ ਅਸੀਂ ਕੋਈ ਵੈਬ ਪੇਜ ਜਿਹੜਾ ਹੈਗਾ ਉਹ ਡਿਵੈਲਪ ਕਰ ਸਕਦੇ ਹਾਂ। ਫਿਰ ਅਸੀਂ ਨੰਬਰ ਆਫ ਵੈਬ ਪੇਜਿਸ ਡਿਵੈਲਪ ਕਰਦੇ ਹਾਂ, ਫਿਰ ਅਸੀਂ ਉਹਨਾਂ ਨੂੰ ਇੱਕ ਦੂਸਰੇ ਨਾਲ ਕਨੈਕਟ ਕਰਦੇ ਹਾਂ ਅਤੇ ਇੱਕ ਕੰਪਲੀਟ ਜਿਹੜੀ ਹੈ ਵੈਬਸਾਈਟ ਉਹ ਬਣ ਜਾਂਦੀ ਆ। ਵੈਬਸਾਈਟ ਜਿਹੜੀ ਹੈਗੀ ਆ ਇਹ ਕਿਸੇ ਵੀ ਰਿਲੇਟਡ ਫੀਲਡ ਦੇ ਨਾਲ ਹੋ ਸਕਦੀ ਆ, ਔਰ ਬੇਸਿਕਲੀ ਅਸੀਂ ਜਿਹੜੀਆਂ ਵੈਬਸਾਈਟ ਡਿਵੈਲਪਸ ਕਰਦੇ ਹਾਂ ਉਹ ਸਟੈਟਿਕ ਵੈਬਸਾਈਟਸ ਹੁੰਦੀਆਂ ਜਾਂ ਡਾਇਨਾਮਿਕ ਵੈਬਸਾਈਟਸ ਹੁੰਦੀਆਂ ਵਾ। ਸਟੈਟਿਕ ਵੈਬਸਾਈਟ ਦਾ ਮਤਲਬ ਆ ਕਿ ਅਸੀਂ ਜਿਹੜਾ ਹੈਗਾ ਵਾ ਓਨਲੀ ਟੈਕਸਟ ਹੀ ਜਿਹੜਾ ਹੈਗਾ ਵਾ ਉਹ ਵੈਬ ਪੇਜ ਦੇ ਥਰੂ ਰਿਪਰਜੈਂਟ ਕਰ ਸਕਦੇ ਹਾਂ। ਪਰ ਡਾਇਨਾਮਿਕ ਵੈਬਸਾਈਟ ਦਾ ਮਤਲਬ ਹੈਗਾ ਵਾ ਕਿ ਅਸੀਂ ਕੋਈ ਆਪਣੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹਨੂੰ ਬੈਕਐਂਡ ਦੇ ਅਤੇ ਜਿਹੜੇ ਡਾਟਾਬੇਸ ਹੁੰਦੇ ਆ ਉਹਨਾਂ ਵਿੱਚ ਸਟੋਰ ਕਰ ਸਕਦੇ ਹਾਂ, ਅਤੇ ਅਸੀਂ ਡੇਟਾਬੇਸਿਸ ਦੇ ਵਿੱਚੋਂ ਇਨਫੋਰਮੇਸ਼ਨ ਜਿਹੜੀ ਆ ਉਹ ਆਪਣੇ ਵੈਬ ਪੇਜ ਦੇ ਉੱਤੇ ਫੈਚ ਕਰਕੇ ਦਿਖਾ ਸਕਦੇ ਹਾਂ। ਅਤੇ ਇਹ ਜਿਹੜਾ ਸਾਰਾ ਕੰਸੈਪਟ ਆ ਜਿਹਦੇ ਵਿੱਚ ਅਸੀਂ ਵੈਬ ਡਿਵੈਲਪਮੈਂਟ ਕਰਨ ਵਾਸਤੇ ਹਾਈਪਰਟੈਕਸਟ ਮਾਰਕਅਪ ਲੈਂਗੁਏਜ, ਡਾਇਨਾਮਿਕ ਹਾਈਪਰਟੈਕਸਟ ਮਾਰਕਅਪ ਲੈਂਗੁਏਜ, XML, ਦੈਨ ਜਾਵਾ ਲੈਂਗੁਏਜ ਯੂਜ਼ ਕਰਦੇ ਹਾਂ, ਔਰ ਕੁਝ ਅਸੀਂ ਬੈਕਐਂਡ ਵਾਸਤੇ ਜਿਹੜੀਆਂ ਸਰਵਰ ਸਾਈਡ ਜਿਹੜੀਆਂ ਲੈਂਗੁਏਜ ਰਨ ਹੁੰਦੀਆਂ ਉਹਨਾਂ ਨੂੰ ਯੂਜ਼ ਕਰਦੇ ਹਾਂ। ਇਹਨਾਂ ਨੂੰ ਅਸੀਂ ਕਹਿੰਦੇ ਹਾਂ ਸਾਰੀ ਵੈਬ ਟੈਕਨੋਲੋਜੀਜ਼। ਔਰ ਇਹਨਾਂ ਵੈਬ ਟੈਕਨੋਲੋਜੀਜ਼ ਨੂੰ ਅਸੀਂ ਯੂਜ਼ ਕਰਕੇ ਅਸੀਂ ਜਿਹੜੀਆਂ ਬੈਸਟ ਅਤੇ ਵਧੀਆ ਜਿਹੜੀਆਂ ਵੈਬਸਾਈਟਸ ਆ ਉਹ ਡਿਵੈਲਪ ਕਰ ਸਕਦੇ ਹਾਂ। ਜਦੋਂ ਅਸੀਂ ਵੈਬ ਟੈਕਨੋਲੋਜੀਜ਼ ਦੀ ਗੱਲ ਕਰਦੇ ਹਾਂ ਤਾਂ ਕੁਝ ਜਿਹੜੀਆਂ ਸਾਡੀਆਂ ਟਰਮਸ ਹੈਗੀਆਂ ਵਾ ਦੈਟ ਇਜ਼ ਵੈਰੀ ਪਾਪੂਲਰ ਨਾਓ ਏ ਡੇਜ਼, ਇਹ ਜਿਹੜੀਆਂ ਹੈਗੀਆਂ ਵਾ ਸਾਡੇ ਸਾਹਮਣੇ ਆਉਂਦੀਆਂ ਵਾ, ਜਿੱਦਾਂ ਵਰਲਡ ਵਾਈਡ ਵੈਬ। ਵਰਲਡ ਵਾਈਡ ਵੈਬ ਤੋਂ ਭਾਵ ਹੈਗਾ ਵਾ ਕਿ ਉਹ ਵੈਬਸਾਈਟਸ ਜਿਹੜੀਆਂ ਵੱਖਰੇ ਵੱਖਰੇ ਸਰਵਰ ਜਾਂ ਕੰਪਿਊਟਰਸ ਦੇ ਉੱਤੇ ਗਲੋਬਲੀ ਰਨ ਹੋ ਰਹੀਆਂ ਵਾ ਉਹਨਾਂ ਦਾ ਸਮੂਹ, ਜਾਂ ਦੂਸਰੇ ਲਫ਼ਜ਼ਾਂ ਦੇ ਵਿੱਚ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਵੈਬਸਾਈਟਸ ਜਿਹੜੀਆਂ ਸਰਵਰ ਕੰਪਿਊਟਰਸ ਜਾਂ ਹੋਰ ਬਹੁਤ ਸਾਰੇ ਕੰਪਿਊਟਰਸ ਦੇ ਉੱਤੇ ਦੁਨੀਆ ਵਿੱਚ ਰਨ ਹੋ ਰਹੀਆਂ ਵਾ, ਉਹ ਇੰਟਰਨੈਟ ਦੇ ਥਰੂ ਆਪਸ ਦੇ ਵਿੱਚ ਜਿਹੜੀਆਂ ਵਾ ਕਨੈਕਟ ਹੋ ਜਾਂਦੀਆਂ ਵਾ, ਕਨੈਕਟਡ ਆ। ਅਤੇ ਅਸੀਂ ਕਿਸੇ ਵੀ ਵੈਬਸਾਈਟ ਨੂੰ ਆਪਣੇ ਲੋਕਲ ਕੰਪਿਊਟਰ ਦੇ ਉੱਤੇ ਜਿਹੜਾ ਹੈਗਾ ਵਾ ਡਾਊਨਲੋਡ ਕਰ ਸਕਦੇ ਹਾਂ। ਉਹਨਾਂ ਨੂੰ ਅਸੀਂ ਜਿਹੜਾ ਹੈਗਾ ਵਾ ਇਸ ਤਰ੍ਹਾਂ ਦੇ ਸਮੂਹ ਨੂੰ ਅਸੀਂ ਵਰਲਡ ਵਾਈਡ ਵੈਬ ਕਹਿੰਦੇ ਹਾਂ। ਅਗਰ ਮੈਂ ਇੰਗਲਿਸ਼ ਦੇ ਵਿੱਚ ਕਹਾਂਗਾ ਤਾਂ ਮੈਂ ਕਹਾਂਗਾ ਵਰਲਡ ਵਾਈਡ ਵੈਬ ਇਜ਼ ਏ ਕਲੈਕਸ਼ਨ ਆਫ ਵੈਬਸਾਈਟਸ ਐਂਡ ਈਚ ਵੈਬਸਾਈਟਸ contains number of web pages which are connected with each other through links, and a link which is consisted of text that is known as hypertext link. When we click a link, we moves to the next web page or web document, and in this way we can search the total website. We can move forward and we can move backward to the home page of the website. ਮੈਂ ਜਿਹੜੀ ਹੈਗੀ ਆ ਅਗਲੀ ਗੱਲ ਇਹ ਕਰਾਂਗਾ ਕਿ ਅਸੀਂ ਜਦੋਂ ਕੋਈ ਵੈਬ ਪੇਜ ਜਿਹੜਾ ਹੈਗਾ ਜਾਂ ਵੈਬ ਡਾਕੂਮੈਂਟ ਡਿਵੈਲਪ ਕਰਦੇ ਹਾਂ ਤੇ ਅਸੀਂ ਆਮ ਕਰਕੇ
ਜਿਹੜੀ ਹੈਗੀ ਆ ਹਾਈਪਰਟੈਕਸਟ ਮਾਰਕਅਪ ਲੈਂਗੁਏਜ ਯੂਜ਼ ਕਰਦੇ ਸੀ। ਪਰ ਹਾਈਪਰਟੈਕਸਟ ਮਾਰਕਅਪ ਲੈਂਗੁਏਜ ਦੇ ਵਿੱਚ ਜਿਹੜਾ ਅਸੀਂ ਟੈਕਸਟ ਲਿਖਦੇ ਸੀ ਤੇ ਅਸੀਂ ਜਿਹੜੀਆਂ ਟੈਗਸ ਲਿਖਦੇ ਸੀ, ਟੈਗਸ ਜਿਹੜੀਆਂ ਹੈਗੀਆਂ ਵਾ ਇਹ ਟੈਕਸਟ ਨੂੰ ਕਿੱਦਾਂ ਰਿਪਰੈਜ਼ੈਂਟ ਕਰਨਾ ਵਾ ਉਹਦੇ ਵਾਸਤੇ ਯੂਜ਼ ਕੀਤੀਆਂ ਜਾਂਦੀਆਂ ਸੀ, ਔਰ ਟੈਕਸਟ ਜਿਹੜਾ ਹੈਗਾ ਵਾ ਉਹ ਰਿਪਰੈਜ਼ੈਂਟ ਹੁੰਦਾ ਸੀ। ਪਰ ਅਸੀਂ ਜੇ ਕੋਈ ਚੇਂਜਸ ਕਰਨੀਆਂ ਵਾ ਕਿਸੇ ਵੈਬ ਡਾਕੂਮੈਂਟ ਦੇ ਵਿੱਚ ਜਾਂ ਵੈਬ ਪੇਜ ਦੇ ਵਿੱਚ, ਤੇ ਸਾਨੂੰ ਜਿਹੜਾ ਹੈਗਾ ਟੋਟਲ ਟੈਗਸ ਜਿਹੜੀਆਂ ਹੈਗੀਆਂ ਸੀ ਉਹ ਚੇਂਜ ਕਰਨੀਆਂ ਪੈਂਦੀਆਂ ਸੀ, ਤਾਂ ਅਸੀਂ ਜਿਹੜਾ ਹੈਗਾ ਵਾ ਇਹ ਕਿਸੇ ਵੈਬ ਪੇਜ ਦੀ ਜਿਹੜੀ ਹੈਗੀ ਚੇਂਜ ਆ ਉਹ ਕਰ ਸਕਦੇ ਸੀ। ਤੇ ਹਰ ਇੱਕ ਵੈਬ ਪੇਜ ਨੂੰ ਚੇਂਜ ਕਰਨ ਵਾਸਤੇ ਸਾਨੂੰ ਹਰ ਵੈਬ ਪੇਜ ਦੀਆਂ ਜਿਹੜੀਆਂ ਟੈਗਸ ਹੈਗੀਆਂ ਉਹਨਾਂ ਦੇ ਵਿੱਚ ਬਦਲਾਵ ਜਿਹੜਾ ਹੈਗਾ ਉਹ ਲਿਆਉਣਾ ਪੈਂਦਾ ਸੀ। ਟੂ ਓਵਰਕਮ ਫਰੋਮ ਦਿਸ ਪ੍ਰੋਬਲਮ ਜਿਹੜੀ ਹੈਗੀ ਆ ਉਹ ਨਵਾਂ ਕੰਸੈਪਟ ਆਇਆ ਜਿਹਨੂੰ ਕਹਿੰਦੇ ਆ ਕਾਸਕੈਡਿੰਗ ਸਟਾਈਲ ਸ਼ੀਟ। ਕਾਸਕੈਡਿੰਗ ਸਟਾਈਲ ਸ਼ੀਟ ਦਾ ਕੀ ਮਤਲਬ ਹੈਗਾ ਵਾ ਕਿ ਅਸੀਂ ਜਿਹੜਾ ਹੈਗਾ ਟੈਕਸਟ ਆ ਜਾਂ ਜਿਹੜੇ ਵੈਬ ਪੇਜ ਦੇ ਐਲੀਮੈਂਟਸ ਆ ਉਹਨਾਂ ਨੂੰ ਇੱਕ ਜਗ੍ਹਾ ਤੇ ਹੀ ਇਨਫੋਰਮੇਸ਼ਨ ਨੂੰ ਚੇਂਜ ਕਰਕੇ ਅਸੀਂ ਪੂਰੇ ਜਿਹੜੇ ਵੈਬ ਪੇਜ ਹੈਗੇ ਆ ਉਹਨਾਂ ਦੀ ਜਿਹੜੀ ਚੇਂਜ ਆ, ਉਹਨਾਂ ਵਿੱਚ ਜਿਹੜਾ ਬਦਲਾਵ ਆ ਉਹ ਲਿਆ ਸਕਦੇ ਆ, ਉਹਨਾਂ ਦੀ ਰਿਪਰੈਜ਼ੈਂਟੇਸ਼ਨ ਵਿੱਚ ਬਦਲਾਵ ਹੈ ਜਿਹੜਾ ਲਿਆ ਸਕਦੇ ਆ। ਇਹੋ ਜਿਹੀ ਟੈਕਨੀਕ ਜਿਹੜੀ ਵੈਬ ਡਾਕੂਮੈਂਟ ਜਾਂ ਵੈਬ ਪੇਜ ਦੇ ਵਿੱਚ ਬਦਲਾਵ ਲਿਆਉਣ ਲਈ ਵਰਤੀ ਜਾਂਦੀ ਆ ਉਹਨੂੰ ਕਹਿ ਦਿੰਦੇ ਆ ਕਾਸਕੈਡਿੰਗ ਸਟਾਈਲ ਸ਼ੀਟ। ਤੋ ਹੋਰ ਮੈਂ ਡਿਟੇਲ ਦੇ ਵਿੱਚ ਜਾਣ ਤੋਂ ਪਹਿਲਾਂ ਕੁਝ ਇਹ ਵੀ ਟਰਮਸ ਜਿਹੜੀਆਂ ਹੈਗੀਆਂ ਆਪ ਜੀ ਨੂੰ ਕਲੀਅਰ ਕਰਨਾ ਚਾਹੁੰਦਾ, ਜਿਸ ਤਰ੍ਹਾਂ ਵੈਬ ਬਰਾਊਜ਼ਰ। ਵੈਬ ਬਰਾਊਜ਼ਰ ਦਾ ਮਤਲਬ ਹੈਗਾ ਕਿ ਵੈਬ ਬਰਾਊਜ਼ਰ ਇਜ਼ ਐਨ ਐਪਲੀਕੇਸ਼ਨ which acts as a interface between a user and website। ਤੇ ਇਸ ਵੈਬ ਬਰਾਊਜ਼ਰ ਨੂੰ ਯੂਜ਼ ਕਰਕੇ ਇੱਕ ਯੂਜ਼ਰ ਜਿਹੜਾ ਹੈਗਾ ਆਪਣੇ ਲੋਕਲ ਕੰਪਿਊਟਰ ਤੇ ਕਿਸੇ ਵੀ ਵੈਬਸਾਈਟ ਦਾ ਜਿਹੜਾ ਫਸਟ ਹੋਮ ਪੇਜ ਆ ਉਹਨੂੰ ਜਿਹੜਾ ਡਾਊਨਲੋਡ ਕਰ ਸਕਦਾ ਵਾ, ਤੇ ਉਸ ਫਸਟ ਹੋਮ ਪੇਜ ਤੋਂ ਅੱਗੇ ਜਿਹੜੇ ਵੈਬ ਪੇਜਸ ਹੈਗੇ ਆ ਉਹਨਾਂ ਨੂੰ ਸਕਰੋਲ ਕਰਕੇ ਜਿਹੜਾ ਹੈਗਾ ਵਾ ਇਨਫੋਰਮੇਸ਼ਨ ਲੈ ਸਕਦਾ ਵਾ। ਅਗਲੀ ਟਰਮ ਹੈਗੀ ਸਰਵਰ। ਸਰਵਰ ਦਾ ਮਤਲਬ ਕੀ ਹੈਗਾ ਕਿ ਇੱਕ ਸਟਰੋਂਗ ਮਸ਼ੀਨ ਜਿਹੜੀ ਕਲਾਇੰਟਸ ਨੂੰ ਰਿਸਪੌਂਸ ਦਿੰਦੀ ਆ ਜਾਂ ਯੂਜ਼ਰਸ ਨੂੰ ਰਿਸਪੌਂਸ ਦਿੰਦੀ ਆ ਜਦੋਂ ਉਹ ਸਰਵਰ ਨੂੰ ਕੁਐਰੀਜ਼ ਕਰਦੇ ਆ, ਤੇ ਇਸ ਸਰਵਰ ਦੇ ਅੰਦਰ ਬਾਕੀ ਦੇ ਜਿੰਨੇ ਕੰਪਿਊਟਰਸ ਉਹਦੇ ਨਾਲ ਅਟੈਚਡ ਹੈਗੇ ਆ ਜਾਂ ਜਿਹੜੇ ਨੋਡਸ ਹੈਗੇ ਆ ਉਹਨਾਂ ਨੂੰ ਸਰਵਰ ਜਿਹੜਾ ਹੈਗਾ ਉਹ ਕੰਟਰੋਲ ਕਰਦਾ ਵਾ। ਤੋ ਸਰਵਰ ਇਜ਼ ਏ ਮਸ਼ੀਨ which controls the nodes which are connected with the server machine, and it also responds back to the clients or users when they requested to the server। client ਹੈਗਾ, client ਇੱਕ ਐਪਲੀਕੇਸ਼ਨ ਹੈਗੀ ਆ ਜਿਹੜੀ ਸਰਵਰ ਨੂੰ ਜਿਹੜੇ ਹੈਗੇ ਆਪਣੀਆਂ ਰਿਕੁਐਸਟ ਕਰਦੀ ਆ ਤੇ ਉਹਨਾਂ ਦਾ ਜਿਹੜਾ ਹੈਗਾ ਜਵਾਬ ਸਰਵਰ ਤੋਂ ਉਹ ਲੈਂਦੀ ਆ। ਅੱਗੇ ਹੈਗਾ ਵੈਬ ਪੇਜਸ। ਵੈਬ ਪੇਜਸ ਫਿਰ ਹੋ ਗਿਆ ਕਿ ਇੱਕ ਜਿਹੜੀ ਵੈਬਸਾਈਟ ਹੈਗੀ ਆ ਉਹ ਜਿਹੜੇ ਹੈਗੇ ਨੰਬਰ ਆਫ ਵੈਬ ਪੇਜਸ ਜਿਹੜੇ ਹੈਗੇ ਇਨਕਲੂਡ ਕਰਦੀ ਆ। ਅਸੀਂ ਕਹਿ ਸਕਦੇ ਹਾਂ ਕਿ ਇਹ ਵੈਬ ਪੇਜ ਇਜ਼ ਏ ਯੂਨਿਟ ਆਫ ਇਨਫੋਰਮੇਸ਼ਨ ਆਲਸੋ ਕਾਲਡ ਏ ਡਾਕੂਮੈਂਟ। ਤੋ ਵੈਬ ਪੇਜ ਜਿਹੜਾ ਹੈਗਾ ਇੱਕ ਡਾਕੂਮੈਂਟ ਹੀ ਹੁੰਦਾ ਵਾ ਕਿਸੇ ਵੈਬਸਾਈਟ ਦੇ ਵਿੱਚ। ਇਹ ਵੈਬਸਾਈਟ ਜਿਹੜੀ ਹੈਗੀ ਆ ਉਹ ਕੀ ਆ? ਇਹ ਵੈਬਸਾਈਟ ਇਜ਼ ਏ ਕਲੈਕਸ਼ਨ ਆਫ ਵੈਬ ਪੇਜਸ ਵਿਚ ਆਰ ਲਿੰਕਡ ਵਿਦ ਈਚ ਅਦਰ ਥਰੂ ਦਾ ਹਾਈਪਰ ਲਿੰਕਸ। ਦਾ ਨੈਕਸਟ ਟਰਮ ਜਿਹੜੀ ਹੈਗੀ ਉਹ ਹੈਗੀ URL।